का खालसा वाहिगुरू जी की फतेह। चबर छत्र तख्तां दे मालिक धन धन श्री गुरु ग्रंथ साहब महाराज जी की अपार कृपा का सदका सतगुरु पातशाह कृपा करते हैं, सत संगत दे समय की बख्शिश करते हैं और साढ़े वास्ते सतगुर रहमतां करते हैं। आवहो सिख सतगुरु के प्यारे हो, गावहो सच्ची बाणी। श्रेष्ठ बाणी धुर की बाणी परमेश्वर दे नाम दे नाल जोड़न दे समर्थ गुरबाणी। इत्थों तक साध संगत जी वाहो वाहो बाणी निरंकार है, तिस जेवड़ अवर न कोई। सतगुरां दी मेहर सदका अज आपां सारे ही इत्थे गुरबाणी दे नाल गुरु साहब दी कृपा नाल जुड़ना करिए। बाणी गुरु, गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। राग सोही बाणी श्री रविदास जीओ की, एक ओंकार सतगुर प्रसाद। सोही राग दे अंदर पंजवें सतगुरु श्री गुरु अर्जन देव साहिब जी सुभाएमान। सतगुरु रविदास जी ओदी बाणी गुरु ग्रंथ साहब महाराज विच दर्ज करते हैं। इस शब्द विच सतगुरु जी पति वर्ता धर्म वाली इस्त्री का दृष्टांत दे के परमार्थ दे विचार नूं दसदे हन। सह की सार सुहागन जानै, ताज अभिमान सुख रलिया मानै। हे भाई, जिवें शहद भाव पति दी सार, पति दे मलाप दी कदर नूं एक सुहागन सुहागबंती इस्त्री ही जानै भाव जान सकती है। जो अपने गुणा जायदाद आदि दा अभिमान हंकार तज छड्ड के सुख आनंद दे सहित रलिया खुशियां माणदी है। तन मन दे न अंतर रखै, अवरा देख ना सुनै अभखै। जो अपना तन शरीर ते मन हिरदा भी पति की आग्या विच दे दिंदी है, अते अंतर भेद फर्क आद नहीं रखदी। ना ही किसे अवरा होरनां दे पतियां वल वेखदी है, ना ही होरनां दे पतियां दियां गल्लां सुनै भाव सुणदी है, अते होरनां मर्दां दी वडियाईयां दियां गल्लां अभाखे दा मतलब हुंदा बोलण तो रहत हुंदी है।
ਨਿੰਦਤ ਬਚਨ ਨਹੀਂ ਬੋਲਦੀ। ਸੋ ਕਤ ਜਾਣੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨ ਪਾਈ। ਰਹਾਉ ਸੋ ਉਹ ਮਹਾਤਮਾ ਰੂਪੀ ਸੁਹਾਗਣ ਪਰਾਈ ਅਵਿਦਿਆ ਆਦ ਪੀਰ ਮੈਨੇ ਪੀੜਾ ਨੂੰ ਕਤ ਕਿਸੇ ਜਾਣਦੀ ਹੈ। ਜਿਸ ਕੈ ਅੰਤਰ ਹਿਰਦੇ ਵਿੱਚ ਵਿਛੋੜੇ ਦੀ ਦਰਦ ਪੀੜਾ ਪਾਈ ਹੀ ਨਹੀਂ ਜਾਂਦੀ, ਕਿਉਂਕਿ ਉਹ ਹਰ ਵਕਤ ਮਿਲੀ ਹੀ ਰਹਿੰਦੀ ਹੈ। ਉਹ ਪਰਾਈ ਪ੍ਰੇਮ ਦੀ ਪੀੜਾ ਨੂੰ ਕਿਵੇਂ ਜਾਣ ਸਕਦੀ ਹੈ, ਜਿਸ ਦੇ ਅੰਤਰ ਕਦੇ ਪ੍ਰੇਮ ਦੀ ਪੀੜਾ ਪਈ ਹੀ ਨਹੀਂ ਹੈ। ਦੁਖੀ ਦੁਹਾਗਨ ਦੋਇ ਪਖਹੀਨੀ, ਜਿਨ ਨਾਹੈ ਨਿਰੰਤਰ ਭਗਤ ਨ ਕੀਨੀ। ਜਿਵੇਂ ਪ੍ਰਤੱਖ ਦੁਹਾਗਨ ਛੁੱਟੜ ਇਸਤਰੀ ਦੁਖੀ ਅਤੇ ਦੋਵੇਂ ਪੱਖ ਭਾਵ ਸਹੁਰਿਆਂ ਤੇ ਪੇਕਿਆਂ ਦੇ ਸੁੱਖਾਂ ਵੱਲੋਂ ਹੀ ਹੀਣੀ ਖਾਲੀ ਰਹਿੰਦੀ ਹੈ, ਇਉਂ ਮਨਮੁਖ ਰੂਪੀ ਦੁਹਾਗਣ ਵਿਵਹਾਰਕ ਤੇ ਪਰਮਾਰਥ ਜਾਂ ਲੋਕ ਪਰਲੋਕ ਦੇ ਦੋਵੇਂ ਪੱਖਾਂ ਤੋਂ ਹੀਣ ਹੋਣ ਕਰਕੇ ਦੁਖੀ ਰਹਿੰਦੀ ਹੈ। ਭਾਵ ਇਸ ਲੋਕ ਵਿੱਚ ਭਗਤੀ ਆਦ ਗੁਣ ਨਾ ਹੋਣ ਕਰਕੇ ਸਤਿਕਾਰ ਨਹੀਂ ਹੈ ਅਤੇ ਪਰਲੋਕ ਵਿੱਚ ਵੀ ਕੋਈ ਆਦਰ ਮਾਣ ਨਹੀਂ ਹੁੰਦਾ। ਜਿਹਨੇ ਨਾ ਪਤੀ ਪਰਮੇਸ਼ਰ ਦੀ ਨਿਰੰਤਰ ਇੱਕ ਰਸ ਭਗਤੀ ਨਹੀਂ ਕੀਤੀ, ਭਾਵ ਭਗਤੀ ਪਰਮੇਸ਼ਰ ਦੀ ਨਹੀਂ ਕਰਨਾ ਕੀਤੀ। ਪੁਰਸ ਲਾਤ ਕਾ ਬੰਦ ਤੋਹੇਲਾ, ਪੁਰਸ ਲਾਤ ਕਾ ਪੰਥ ਦੁਹੇਲਾ। ਸੰਗ ਨ ਸਾਥੀ ਗਵਨ ਅਕੇਲਾ। ਪਰ ਅੱਗੇ ਜੋ ਬੈਤਰਨੀ ਨਦੀ ਨਰਕਾਂ ਦੀ ਅੱਗ ਉੱਪਰ ਸਲਾਤ ਸਲ ਭਾਵੇ ਅਤਿਅੰਤ ਦੁੱਖਾਂ ਵਾਲਾ ਪੁਲ ਹੈ, ਉਸ ਦਾ ਪੰਥ ਰਸਤਾ ਪਾਰ ਕਰਨਾ ਬਹੁਤ ਦੁਹੇਲਾ ਮੈਨੇ ਕਠਿਨਾਈ ਵਾਲਾ ਔਖਾ ਹੈ। ਜਿਸ ਰਸਤੇ ਉੱਪਰ ਸੰਗ ਨਾਲ ਕੋਈ ਵੀ ਦੁਨੀਆ ਦਾ ਸਾਥੀ ਸੱਜਣ ਮਿੱਤਰ ਨਹੀਂ ਹੁੰਦਾ, ਪੁੰਨ ਰੂਪੀ ਕੋਈ ਸੰਗੀ ਨਹੀਂ ਹੁੰਦਾ ਤੇ ਜਪ ਤਪ ਰੂਪੀ ਕੋਈ ਸਾਥੀ ਨਹੀਂ ਹੁੰਦਾ, ਉੱਥੇ ਕੇਵਲ ਜੀਵ ਆਤਮਾ ਇਕੱਲਾ ਹੀ ਗਵਨ ਜਾਂਦਾ ਹੈ। ਦੁਖੀਆ ਦਰਦਵੰਤ ਦਰ ਆਇਆ, ਹਾ ਬਹੁਤ ਪਿਆਸ ਜਵਾਬ ਨਾ ਪਾਇਆ। ਹੇ ਪਰਮੇਸ਼ਰ, ਤੂੰ ਦਰਦਵੰਦ ਪੀੜਾ ਮੇਟਣ ਵਾਲਾ ਹੈ, ਪੀੜਾ ਨੂੰ ਬੰਦ ਕਰ ਦੇਣ ਵਾਲਾ ਹੈ। ਮੈਂ ਦੁਖੀਆ ਦੁਖੀ ਹੋ ਕੇ ਤੇਰੇ ਦਰ ਦੁਆਰੇ ਆਇਆ ਹਾਂ। ਹੇ ਦਰਦਵੰਦ, ਦਰਦਾਂ ਨੂੰ ਸਮਝਣ ਵਾਲੇ ਰੱਖਕ ਦਿਆਲੂ ਪਰਮੇਸ਼ਰ ਜੀ, ਮੈਂ ਵਿਕਾਰਾਂ ਵੱਲੋਂ ਦੁਖੀ ਹੋ ਕੇ ਤੇਰੇ ਸਾਧ ਸੰਗਤ ਰੂਪੀ ਦਰ ਵਿੱਚ ਆਇਆ ਹਾਂ। ਮੇਰੇ ਹਿਰਦੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਪਿਆਸ ਤ੍ਰੇਹ ਲੱਗੀ ਹੋਈ ਹੈ। ਮੈਂ ਸੁਣਿਆ ਹੈ ਕਿ ਕਿਸੇ ਭਗਤ ਨੇ
ਤੇਰੇ ਦਰ ਤੋਂ ਜਵਾਬ ਨਹੀਂ ਪਾਉਣਾ ਕੀਤਾ। ਜੋ ਵੀ ਤੇਰੀ ਸ਼ਰਨ ਵਿੱਚ ਤੇਰੇ ਦਰਸ਼ਨਾਂ ਦੀ ਚਾਹਨਾ ਰੱਖ ਕੇ ਆਇਆ ਹੈ, ਤੂੰ ਉਸ ਨੂੰ ਇਨਕਾਰ ਨਹੀਂ ਕੀਤਾ, ਪ੍ਰਤੱਖ ਹੋ ਕੇ ਦਰਸ਼ਨ ਬਖਸ਼ਿਸ਼ ਕੀਤੇ ਹਨ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉ ਜਾਨਹੁ ਤਿਉ ਕਰ ਗਤ ਮੇਰੀ। ਸ੍ਰੀ ਰਵਿਦਾਸ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਮੈਂ ਤੁਹਾਡੀ ਸ਼ਰਨ ਪਨਾਹ ਵਿੱਚ ਆਇਆ ਹਾਂ। ਹੁਣ ਜਿਉਂ ਤੁਸੀਂ ਜਾਣੋ, ਜਿਵੇਂ ਜਾਣੋ ਤਿਉਂ ਤਿਵੇਂ ਹੀ ਮੇਰੀ ਗਤ ਕਲਿਆਣ ਕਰੋ। ਸੋਹੀ ਸਤਿਗੁਰੂ ਰਵਿਦਾਸ ਜੀ ਵੈਰਾਗਮਈ ਪ੍ਰਕਰਣ ਦੁਆਰਾ ਉਪਦੇਸ਼ ਕਥਨ ਕਰਦੇ ਹਨ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਵੀ ਜ਼ਿੰਦਗੀ ਉਮਰ ਦਾ ਦਿਨ ਆਉਂਦਾ ਹੈ, ਉਹ ਹੀ ਦਿਨ ਚਲਿਆ ਜਾਂਦਾ ਹੈ, ਭਾਵ ਉਮਰ ਘਟਦੀ ਜਾਂਦੀ ਹੈ। ਇਸ ਸੰਸਾਰ ਤੋਂ ਸਭ ਨੇ ਕੂਚ ਭਾਵ ਰਵਾਨਾ ਹੋਣਾ ਕਰਨਾ ਹੈ। ਕਿਸੇ ਦਾ ਵੀ ਇੱਥੇ ਰਹਿਣਾ ਥਿਰ ਅਸਥਿਤ ਨਹੀਂ ਹੈ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਗਨ ਸਿਰ ਉੱਪਰ ਮਰਨਾ। ਸਾਡਾ ਸੰਗ ਸਾਥ ਚਲਤ ਚਲਿਆ ਜਾ ਰਿਹਾ ਹੈ। ਸੰਗੀ ਇੰਦਰੇ ਜਾ ਰਹੇ ਹਨ, ਭਾਵ ਹੌਲੀ ਹੌਲੀ ਕਮਜ਼ੋਰ ਹੁੰਦੇ ਜਾ ਰਹੇ ਹਨ। ਅਸੀਂ ਵੀ ਇੱਕ ਦਿਨ ਚੱਲਣਾ ਜਾਣਾ ਕਰਨਾ ਹੈ। ਪਰਲੋਕ ਦਾ ਰਸਤਾ ਗਗਨ ਜਾਣਾ ਬਹੁਤ ਦੂਰ ਹੈ। ਜੋ ਮਰ ਜਾਣਾ ਬਹੁਤ ਦੂਰ ਸਮਝਿਆ ਸੀ, ਉਹ ਮਰਨਾ, ਮੌਤ ਦਾ ਸਮਾਂ ਸਿਰ ਦੇ ਉੱਤੇ ਮੰਡਰਾ ਰਿਹਾ ਹੈ। ਉਹ ਦੂਰ ਦੇਸ਼ ਦਾ ਗਗਨ ਸਫ਼ਰ ਬਹੁਤ ਦੂਰ ਭਾਵ ਲੰਬਾ ਹੈ, ਪਰ ਉੱਥੇ ਪਹੁੰਚਣ ਵਾਲੀ ਮੌਤ ਸਿਰ ਉੱਪਰ ਹੀ ਖੜੋਤੀ ਹੋਈ ਹੈ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸਚ ਕਰ ਜਾਨਾ ਰਹਾਉ। ਹੇ ਇਆਨਾ, ਅਗਿਆਤ ਜੀਵ, ਤੂੰ ਕਿਆ ਕੀ ਅਵਿਦਿਆ ਪ੍ਰਮਾਦ ਤਾਈ ਦੀ ਨੀਂਦ ਵਿੱਚ ਸੋਇਆ ਭਾਵ ਸੁੱਤਿਆ ਹੋਇਆ ਹੈ। ਤੂੰ ਗਿਆਨ ਅਵਸਥਾ ਵਿੱਚ ਜਾਗਣਾ ਕਰ। ਤੂੰ ਆਪਣੇ ਜੀਵਨ ਜਿਉਣ ਦੀ ਇਸ ਜਗ ਸੰਸਾਰ ਵਿੱਚ ਸੱਚਾ ਕਰਕੇ ਜਾਣਨਾ ਕੀਤਾ ਹੋਇਆ ਹੈ। ਜਿਨ ਜੀਉ ਦੀਆ ਸੂਰਜਕ ਅੰਬਰਾਵੈ, ਸਭ ਘਾਟੇ ਭੀਤਰ ਹਾਟ ਚਲਾਵੈ। ਜਿਸ ਪਰਮੇਸ਼ਰ ਨੇ ਇਹ ਜੀਓ ਜ਼ਿੰਦਗੀ ਜੀਵਨ ਦੀਆ ਦਿੱਤਾ ਹੈ,
ਉਹ ਆਪ ਹੀ ਰਿਜ਼ਕ ਰੋਜੀ ਅੰਬਰਾਵੈ ਅਪੜਾਉਂਦਾ ਪਹੁੰਚਾਉਂਦਾ ਹੈ। ਉਹ ਸਭ ਸਾਰਿਆਂ ਘਟ ਸਰੀਰਾਂ ਦੇ ਭੀਤਰ ਵਿੱਚ ਅਸਥਿਤ ਹੋ ਕੇ ਸਭ ਦੀ ਪਰਾਲਬਧ ਅਨੁਸਾਰ ਪਾਲਣਾ ਪੋਸ਼ਣਾ ਰੂਪ ਹਟ ਚਲਾਵੇ ਚਲਾ ਰਿਹਾ ਹੈ। ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ। ਇਸ ਕਰਕੇ ਹੇ ਭਾਈ ਪਰਮੇਸ਼ਰ ਦੀ ਬੰਦਗੀ ਭਗਤੀ ਕਰ ਅਤੇ ਇਸ ਦੇਹੀ ਦੇ ਮੈਂ ਹੰਗਤਾ ਤੇ ਪਦਾਰਥਾਂ ਦੀ ਮੇਰਾ ਆਪਣੰਤ ਛਾੜ ਤਿਆਗਣਾ ਕਰ। ਸਵੇਰਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਹਿਰਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਨੂੰ ਸਮਾਰ ਭਾਵ ਯਾਦ ਕਰ। ਹਿਰਦੇ ਵਿੱਚ ਨਾਮ ਸਿਮਰਨ ਦਾ ਇਹੋ ਮਨੁੱਖਾ ਜਨਮ ਸ੍ਰੇਸ਼ਟ ਵੇਲਾ ਹੈ। ਜਨਮ ਸਿਰਾਨੋ ਪੰਥ ਨਾ ਸੁਹਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ। ਦੇਖ ਤੇਰਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਸਿਰਾਨੋ ਭਾਵ ਬਤੀਤ ਹੋ ਰਿਹਾ ਹੈ। ਪਰ ਤੂੰ ਆਪਣਾ ਪਰਲੋਕ ਦਾ ਪੰਥ ਮੈਨੇ ਰਸਤਾ ਸਵਾਰਨਾ ਨਹੀਂ ਕੀਤਾ। ਪਰ ਜਦੋਂ ਮੌਤ ਰੂਪੀ ਸਾਂਝ ਸ਼ਾਮ ਪਰੀ ਪੈ ਗਈ ਉਸ ਵੇਲੇ ਦਸਾਂ ਇੰਦਰੀਆਂ ਰੂਪੀ ਦਸੇ ਦਿਸ਼ਾਵਾਂ ਵਿੱਚ ਜੜਤਾ ਰੂਪੀ ਅੰਧਿਆਰਾ ਹਨੇਰਾ ਛਾ ਜਾਵੇਗਾ। ਭਾਵ ਸਭ ਇੰਦਰੀਆਂ ਬੰਦ ਹੋ ਜਾਣਗੀਆਂ। ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ। ਸਤਿਗੁਰ ਰਵਿਦਾਸ ਜੀ ਕਥਨ ਕਰਦੇ ਹਨ, ਹੇ ਨਿਦਾਨ ਬਾਲਕ ਦੀ ਨਿਆਏ ਦੀਵਾਨੇ ਝੱਲੇ ਮਨੁੱਖਾ, ਅੰਤ ਦੇ ਸਮੇਂ ਵੱਲੋਂ ਅਣਜਾਣ ਬੇਸਮਝ ਪੁਰਖਾ, ਤੂੰ ਪਰਮੇਸ਼ਰ ਦੇ ਸੱਚੇ ਨਾਮ ਨੂੰ ਚੇਤ ਯਾਦ ਨਹੀਂ ਕਰਦਾ। ਜਿਸ ਦੁਨੀਆ ਨਾਲ ਤੂੰ ਮੋਹ ਕਰਦਾ ਹੈ ਉਹ ਫਨਾ ਦਾ ਖਾਨੇ ਭਾਵ ਨਾਸ਼ਵੰਤ ਹੈ। ਧੋਖੇ ਦਾ ਖਾਨਾ ਜਿਸ ਖਾਨੇ ਘਰ ਭਾਵ ਸਰੀਰ ਵਿੱਚ ਚਿੱਤ ਲਾਇਆ ਹੈ ਉਹ ਫਨ ਨਾਸ਼ ਹੋ ਜਾਣ ਵਾਲਾ ਹੈ। ਸੋਹੀ ਕਿਸੇ ਮਾਇਆ ਵਿੱਚ ਫਸੇ ਮਨੁੱਖ ਨੂੰ ਸਤਿਗੁਰ ਜੀ ਐਸਾ ਉਪਦੇਸ਼ ਕਰਦੇ ਹਨ, ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਪੁਨ ਰਹਿਣ ਨਾ ਹੋਈ। ਹੇ ਭਾਈ, ਜੋ ਉੱਚੇ ਮੰਦਰ ਘਰ ਮਹਿਲ ਅਤੇ ਸਾਲ ਰਸੋਈ ਸ਼ਾਲਾ ਰਸੋਈ ਦੀ ਸੁੰਦਰ ਜਗ੍ਹਾ ਹੈ, ਹੁਣ ਪੁਨ੍ਹਾ ਅੰਤ ਦੇ ਵੇਲੇ ਇਹਨਾਂ ਸੋਹਣੇ ਮਕਾਨਾਂ ਵਿੱਚ ਏਕ ਘਰੀ ਇੱਕ ਘੜੀ ਮਾਤਰ ਰਹਿਣਾ ਨਹੀਂ ਹੋਵੇਗਾ। ਭਾਵ ਜੀਵ ਆਤਮਾ ਨੂੰ ਜਮਦੂਤ ਪਰਲੋਕ ਵੱਲ ਲੈ ਜਾਣਗੇ ਅਤੇ ਸਰੀਰ ਨੂੰ ਸੰਬੰਧੀ ਆਦਿਕ ਸ਼ਮਸ਼ਾਨ ਭੂਮੀ ਵਿੱਚ ਲੈ ਜਾਣਗੇ।
एहो तन ऐसा जैसे घास की टाटी, जल गयो घास रल गयो माटी। रहाओ एहो तन शरीर ऐसा अजिहा है, जिस प्रकार घास की टाटी का अर्थ घाह दी छपरी बनाई हुंदी है। जिमें घास घाह जल गयो सड़ जाता है, तां स्वाह बन के माटी मिट्टी विच रल गयो मिल जाता है। इउं शरीर भी सड़ के मिट्टी रूप हो जाता है। भाई बंद कुटुंब सहेरा, ओए भी लागे काढ़ सवेरा। अंत नूं भाई भरा बंद संबंधी कुटुंब परिवार अते सहेरा मित्र सज्जन आद एकत्र कीता होया पदार्थ आद, ओए ओ सारे संबंधी आद भी ये कहण लग पैंदे हन कि इस नूं सवेरा सवखते ही शीघ्र ही बाहर कढ़ना करो। घर की नार उरह तन लगी, ओह तो भूत भूत कर भागी। अपने घर की नार इस्त्री भाव घर वाली जो उरे दिल विच वसी हुई है ते शरीर नाल लगी हुई है, लगी हुई है उरे छाती दे तन नाल लगी रहिंदी सी। ਉਹ ਤੋਂ ਭੂਤ ਭੂਤ ਪ੍ਰੇਤ ਪ੍ਰੇਤ ਕਰਕੇ ਦੂਰ ਭੱਜ ਜਾਂਦੀ ਹੈ। ਭਾਵ ਮੁਰਦਾ ਹੋਏ ਸਰੀਰ ਤੋਂ ਤੇਰੀ ਘਰਵਾਲੀ ਨੂੰ ਵੀ ਡਰ ਲੱਗੇਗਾ। ਕਹਿ ਰਵਿਦਾਸ ਸਭੈ ਜਗ ਲੂਟਿਆ, हम तो एक राम कह छूटिया। सतगुरु रविदास साहब जी कथन करते हैं, इस प्रकार सारा जग संसार माया दे मोह उपकारां ने लुट लिया है। हे भगत जी, कि तुसीं भी लुटे गए हो? नहीं, ਅਸੀਂ ਤਾਂ ਇੱਕ ਰਾਮ ਨਾਮ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਛੁੱਟ ਗਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।